अस्सलाम वालेकुम। ਅੱਜ ਦਾ ਸਾਡਾ ਜਿਹੜਾ ਟਾਪਿਕ ਹੈ ਉਹ ਚੀਕੂ ਚੀਕ ਕੋਰਸ ਦਾ ਹੈ ਕਿ ਚੀਕੂ ਚੀਕ ਕੋਰਸ ਕਰਨੇ ਵਾਸਤੇ ਕਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਕਿੰਨੇ ਚੈਪਟਰ ਨੇ, ਕਿਸ ਤਰ੍ਹਾਂ ਇਹਨਾਂ ਦੀ ਪੜ੍ਹਾਈ ਹੈ। ਅੱਜ ਅਸੀਂ ਇੱਕ ਵੀਡੀਓ ਅਪਲੋਡ ਕਰਾਂਗੇ, ਆਸਤਾ ਆਸਤਾ ਫਿਰ ਅੱਗੇ ਚੱਲਦੇ ਜਾਵਾਂਗੇ। ਅਤੇ ਪਹਿਲਾ ਚੈਪਟਰ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਇਹਨੂੰ ਅੰਦਰ ਵੇਖ ਲਈਏ ਕਿਸ ਤਰ੍ਹਾਂ ਦੇ ਸਾਡੇ ਕਿੰਨੇ ਚੈਪਟਰ ਨੇ। ਇਹ ਕਮੂਨਾ ਵੇ, ਕਮੂਨੇ ਦੇ 10 ਚੈਪਟਰ ਨੇ ਸਾਡੇ, ਇਹ 10 ਚੈਪਟਰ ਨੇ ਕਮੂਨੇ ਦੇ। ਅਤੇ ਕੋਈ ਨਹੀਂ, ਇੰਨੇ ਮੁਸ਼ਕਿਲ ਨਹੀਂ ਹਨ। ਅਤੇ ਅਸੀਂ ਪਹਿਲਾ ਚੈਪਟਰ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਕੋਈ ਉਹਦੀ ਹਦਾਇਤ ਪੜ੍ਹ ਲੈਂਦੇ ਹਾਂ, ਕੋਈ ਉਹਦੇ, ਕਿਉਂਕਿ ਇਹ ਚੀਜ਼ਾਂ ਅਗਰ ਤੁਹਾਨੂੰ ਸਮਝ ਆ ਗਈਆਂ ਤਾਂ ਪਹਿਲਾ ਚੈਪਟਰ ਆਸਾਨੀ ਨਾਲ ਹੋ ਜਾਏਗਾ। ਚੀਕੂ ਚੀਕ ਦਾ ਪਹਿਲਾ ਲੈਸਨ ਜਿਹੜਾ ਵੇ ਉਹ ਸਾਡਾ ਵੇ ਫੋਰਸਾ ਜੈਂਤੀ ਸੂਈ ਵੀਕੋਲੀ ਇਨ ਮੂਵਮੈਂਟੋ। ਇਹਦਾ ਮਕਸਦ ਹੈ ਵੇ ਕਿ ਪਹਿਲੇ ਚੈਪਟਰ ਦਾ ਨਾਂ ਹੀ ਸਾਡਾ ਹੈ ਵੇ ਫੋਰਸਾ ਜੈਂਤੀ, ਜਿਹੜੀ ਤਾਕਤ ਲੱਗਦੀ ਹੈ, ਸੂਈ ਵੀਕੋਲ ਗੱਡੀ ਤੇ ਇਨ ਮੂਵਮੈਂਟ ਤੇ ਜਿਹੜੀ ਹਰਕਤ ਕਰਦੀ ਹੈ। ਮਤਲਬ ਕੀ ਹੋਇਆ, ਚਲਤੀ ਗਾੜੀ ਪਰ ਬੈਰੂਨੀ ਜਾਂ ਬਾਹਰ ਵਾਲੀ ਤਾਕਤੋਂ, ਐਕਸਟਰਨਲ ਫੋਰਸ ਵੀ ਜਿਹਨੂੰ ਆਖਦੇ ਨੇ, ਕਾ ਅਸਰ ਕਹਿੰਦਾ ਬਾਹਰ ਵਾਲੀਆਂ ਜਿਹੜੀਆਂ ਹਵਾ ਹੋ ਗਈ, ਕੋਈ ਵੀ ਤਾਕਤ ਉਹਦੇ ਉੱਤੇ ਜਿਹੜੀ ਲੱਗਦੀ ਹੈ ਉਹ ਹੈਡਿੰਗ ਦਿੱਤੀ ਗਈ ਹੈ। ਚਲਦੀ ਗੱਡੀ ਉੱਤੇ ਜਿਹੜੀਆਂ ਬਾਹਰੋਂ ਤਾਕਤਾਂ ਲੱਗਦੀਆਂ ਨੇ ਉਹਨੂੰ ਕਹਿੰਦੇ ਨੇ ਫੋਰਸਾ ਜੈਂਤੀ ਸੂਈ ਵੀਕੋਲੀ ਇਨ ਮੂਵਮੈਂਟੋ। ਇਹ ਪਹਿਲਾ ਚੈਪਟਰ ਸਾਡਾ ਵੇ, ਉਹਦੀ ਹੈਡਿੰਗ ਚੈਪਟਰ ਦਾ ਨਾਂ ਆਇਆ ਵੇ ਫੋਰਸਾ ਜੈਂਤੀ ਸੂਈ ਵੀਕੋਲੀ ਇਨ ਮੂਵਮੈਂਟੋ। ਉਸ ਤੋਂ ਬਾਅਦ ਅਸੀਂ ਸਮਝਣਾ ਫੋਰਸਾ ਮੋਤਰੀਚੇ ਕੀ ਹੈ। ਫੋਰਸਾ ਮੋਤਰੀਚੇ ਇੱਕ ਕਿਸਮ ਹੈ ਫੋਰਸਾ ਪ੍ਰੋਪਲਸੀਵਾ ਦਾ। ਕਿਸੇ ਜਗ੍ਹਾ 'ਤੇ ਫੋਰਸਾ ਪ੍ਰੋਪਲਸੀਵਾ ਦਾ ਆਖੇ ਦਾ, ਕਿਸੇ ਜਗ੍ਹਾ 'ਤੇ ਫੋਰਸਾ ਮੋਤਰੀਚੇ ਆਖੇ ਦਾ। ਪਹਿਲੇ ਚੈਪਟਰ 'ਚ एक किस्म है फोर्सा प्रोपल्सिवा दी। उस ताकत को कहते हैं जो नॉर्मल इंजन या इलेक्ट्रिकल इंजन पैदा करता है। एक ताकत का कुछ हिस्सा मैकेनिकल हिस्सों में ज़ाया हो जाता है और बाकिया हिस्सा ज़मीन पे चलने के लिए इस्तेमाल होता है। मकसद है वे फोर्सा मोतरीचे की होंदी है कि वो ताकत ਜਿਹੜੀ एक पेट्रोल इंजन या डीजल इंजन या इलैक्ट्रिकल इंजन ਜਿਹੜੀ ਤਾਕਤ ਪੈਦਾ ਕਰਦਾ ਵੇ ਉਹਨੂੰ ਆਖਦੇ ਨੇ ਫੋਰਸਾ ਮੋਤਰੀਚੇ। ਕੁਝ ਸਾਡੇ ਚੱਲਣੇ 'ਚ ਜ਼ਾਇਆ ਹੋ ਜਾਂਦੀ ਹੈ ਅਤੇ ਕੁਛ ਮਕੈਨੀਕਲ ਜਿਹੜੇ ਹਿੱਸੇ ਨੇ ਵਿੱਚ ਚੀਜ਼ਾਂ ਲੱਗੀਆਂ, ਸ਼ਾਫਟ ਲੱਗੀ, ਇਸ ਤਰ੍ਹਾਂ ਦੀਆਂ ਚੀਜ਼ਾਂ ਲੱਗੀਆਂ ਨੇ, ਕੁਛ ਉਹਨਾਂ ਵਿੱਚ ਸਾਡੇ ਨਾ ਹਰਜ ਹੋ ਜਾਂਦੀ, ਉਹਦੇ ਵਿੱਚ ਜ਼ਾਇਆ ਹੋ ਜਾਂਦੀ ਹੈ। ਅਤੇ ਕੋਈ ਚੱਲਣੇ, ਗੱਡੀ ਦੇ ਚੱਲਣੇ 'ਚ ਜ਼ਾਇਆ ਹੋ ਜਾਂਦੀ ਫੋਰਸਾ ਮੋਤਰੀਚੇ। ਦੂਸਰਾ ਕੀ ਹੈ, ਫੋਰਸਾ ਪੇਜ਼ੋ ਕੀ ਹੈ। ਫੋਰਸਾ ਪੇਜ਼ੋ ਫੋਰਸਾ ਦੀ ਗ੍ਰਾਵਿਤਾ ਇੱਕ ਐਗਜ਼ਾਮਪਲ ਹੈ ਵੇ। ਕਿਸ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਫੋਰਸਾ ਪੇਜ਼ੋ ਕਿੰਨੀ ਹੈ। ਅਸੀਂ ਗ੍ਰਾਵਿਤਾ ਕਿ ਜ਼ਮੀਨ ਦੀ ਜਿਹੜੀ ਗ੍ਰੈਵਿਟੀ ਹੈ, ਜ਼ਮੀਨ ਆਪਣੇ ਵੱਲ ਕੋਈ ਵੀ ਚੀਜ਼ ਰੱਖੋ ਅਤੇ ਉਹ ਜ਼ਮੀਨ ਨਾਲ ਖਿੱਚੀ ਜਾਂਦੀ ਹੈ। ਕੋਈ ਵੀ ਚੀਜ਼ ਤੁਸੀਂ ਸੱਟੋ ਅਤੇ ਜ਼ਮੀਨ ਨਾਲ ਖਿੱਚੀ ਜਾਂਦੀ ਹੈ, ਉਹਨੂੰ ਜ਼ਰਬ ਦਿੱਤੀ ਜਾਂਦੀ ਹੈ ਪੇਜ਼ੋ ਵਜ਼ਨ ਦੇ ਨਾਲ। ਗੱਡੀ ਦਾ ਜਿੰਨਾ ਵਜ਼ਨ ਹੈ ਜ਼ਮੀਨ ਕਿੰਨਾ ਦਾ ਉਹ ਖਿੱਚਦੀ ਹੈ ਗ੍ਰੈਵਿਟੀ, ਅਤੇ ਪੇਜ਼ੋ ਵਜ਼ਨ ਨੂੰ ਜ਼ਮੀਨ ਆਪਣੇ ਨਾਲ ਜਿਹੜੀ ਚੀਜ਼ ਖਿੱਚਦੀ ਹੈ ਅਤੇ ਵਜ਼ਨ ਨੂੰ ਜ਼ਰਬ ਦਿੱਤੀ ਜਾਂਦੀ। ਫਿਰ ਸਾਨੂੰ ਪਤਾ ਲੱਗ ਜਾਂਦਾ ਕਿੰਨਾ ਫੋਰਸਾ ਲੱਗੀ ਗਿਆ ਵੇ, ਕਿੰਨਾ ਫੋਰਸਾ ਵੇ ਪੇਜ਼ੋ ਵਾ, ਕਿੰਨਾ ਵਜ਼ਨ ਹੈ ਉਹਦਾ। ਦੂਸਰਾ ਕਹਿੰਦਾ ਵੇ, ਇਹਦਾ ਮਤਲਬ ਉਹਨੂੰ ਸਮਝ ਲੈਂਦੇ ਹਾਂ ਕਿ ਕੀ ਚੀਜ਼ ਕੀ ਹੈ ਫੋਰਸਾ ਪੇਜ਼ੋ। हर ज़मीन की सतह पे मौजूद चीज़ जो ज़मीन के सेंटर की तरफ खींची जाती है, ये चीज़ का एंगल चेंज होने पे तब्दील नहीं होती। ਹੁਣ ਗੱਡੀ ਚੜ੍ਹਾਈ 'ਤੇ ਜਾ ਰਹੀ ਹੈ ਜਾਂ ਢਲਾਈ 'ਤੇ ਜਾ ਰਹੀ ਹੈ
तो वो फिर भी ज़मीन ने अपने वाल ਉਹਨੂੰ खिंचना ही खिंचना है। ਉਹਦਾ ਫਿਰ वज़न चेंज नहीं होता है भी कि ਉਹਦਾ वज़न घट जाता है अगर चढ़ाए तो जाए या ढलान ते जाए। तो वह कह रहा कि कोई भी चीज़ ज़मीन की सतह उत्ते पई है तो ਉਹਨੂੰ अपने वाल खिंचती है ज़मीन, उस चीज़ ਨੂੰ कहते हैं फोर्सा पे दो। अगू सवाल अगू फोर्सा दी इनर्सिया पढ़ना मैं, फोर्सा दी इनर्सिया की चीज़ है। ਇਹਨੂੰ ਅਸੀਂ कैलकुलेट करने वास्ते ਗੱਡੀ ਦਾ वज़न ਜਿਹੜਾ ਹੁੰਦਾ ਉਹਨੂੰ ਤੇ ਜਿਹੜੀ ਰੇਸ ਹੁੰਦੀ ਉਹਨੂੰ ਜ਼ਰਬ ਦਿੱਤੀ ਜਾਂਦੀ ਹੈ ਤੇ ਫਿਰ ਸਾਨੂੰ ਪਤਾ ਲੱਗ ਜਾਂਦਾ फोर्सा दी इनर्सिया की चीज़ है। पढ़ने हैं फोर्सा दी इनर्सिया वो ताकत है जो किसी चीज़ को चलने और रुकने में मुश्किल पैदा करती है। जितनी चीज़ भारी या बड़ी बिग वज़न भारी और वज़न तो मुराद है कि जितना वज़न ज़्यादा होगा और स्पीड जितनी तेज़ होगी फोर्सा दी इनर्सिया उतनी ही ज़्यादा होगी। उन्हें समझने वाली गल है कि फोर्सा दी इनर्सिया क्यों जो भारी गड्डी में ज़्यादा होंदा ते हल्की गड्डी क्यों घट होंदा। एक ट्रक की स्पीड ते जी मोटरसाइकिल की स्पीड अगर एक ही होवे तो फोर्सा दी इनर्सिया ट्रक में ज़्यादा होवे दी ते मोटरसाइकिल घट होवे दी, क्योंकि मोटरसाइकिल जल्दी रुक जाए तो ट्रक नूं रुकन में मुश्किल पैदा होती है। ਉਹਦਾ वज़न ज़्यादा आवे ਉਹਨੂੰ कि ना रुकन च बड़ी मुश्किल पैदा होती है। उस चीज़ ਨੂੰ कहता कि फोर्सा दी इनर्सिया। ਹੁਣ ਅਸੀਂ पढ़ना है कि फोर्सा दी रेजिस्टेंसा एरोडिनामिका। फोर्सा दी रेजिस्टेंस एरोडिनामिका ਹੁਣ दो त्रों चीज़ों पर डिपेंड करती है। डेंसिटी दा लारिया कि जिन्नी गड्डी नूं अगू हवा पै रही है ਉਹਨੂੰ ਉਹ गिनी जाती है। आरिया दा सेसियोन फ्रंटाले कि जिस तरह का गड्डी का फ्रंट है ਉਹਦੇ ਤੇ इस वेलोचिता स्पीड ते कहता हवा ते डिपेंड करती है, गड्डी की शक्ल ते डिपेंड करती है तो तीसरा स्पीड ते डिपेंड करती है। इन्हों टोटल करके तो फोर्सा की रेजिस्टेंस सानू पता लगता है कि किन्नी पै रही है। हूँ असी पढ़ने क्योंकि एक गड्डी का कैबन जो अगू है वो वड्डा होवे उन्होंने अगू हवा ज़्यादा पै रही है तो फोर्सा रेजिस्टेंस भी ज़्यादा होएगी। हवा का फ्रंट से टकराओ जो रखती है आगे बढ़ने से, जो रोकती है आगे बढ़ने से, इससे पेट्रोल का इस्तेमाल बढ़ जाता है। सारी गल है गड्डी नूं अगू हवा रोक रही है तो वह पेट्रोल ज़्यादा लगेगा जिन्ना वड्डा वह कैबन होएगा अगला। ये स्पीड ज़्यादा होने से बढ़ जाती है और बढ़ जाती है गाड़ी का फ्रंट वाला हिस्सा भी बढ़ने से। कहना कि चाह रहा कि अगर तुम्हारी स्पीड ज़्यादा होगी तो फिर भी तुम्हारा फोर्सा रेजिस्टेंस एरोडिनामिका ज़्यादा होगा। तो अगर कि ना तुम्हारी स्पीड तुम्हारी कि ना गड्डी का अगे कैबन जोड़ा वे वो भी वड्डा होवे तो फिर भी वो रेजिस्टेंस ज़्यादा लगेगा, ज़्यादा जोर लगेगा गड्डी का। हूँ असी पढ़ना वे एनर्जिया चिनैतिका। यह उंज होंदी है कि जिन्नी कि ना जी गड्डी एक चलती होंदी है आम वो एनर्जिया चिनैतिका होंदा वे तो वो किस टाइम खत्म होंदा वे जिस टाइम असी ब्रेक मारने तो वो हीट पैदा करके तो ज़ाया होंदी है। पढ़ने ये वो ताकत है, एनर्जिया चिनैतिका की गल कर रहे हैं, ये वो ताकत है जो एक चलती हुई गाड़ी में होती है। ये उतनी ही ज़्यादा होती है जितना ज़्यादा गाड़ी की स्पीड होगी और वज़न होगा। ब्रेक जब ब्रेक लगाते हैं तो ये हीट बन के ज़ाया होती है ब्रेकिंग सिस्टम और ये ब्रेकिंग सिस्टम से और ये असरअंदाज होती है
ਸਪਾਸੀਓ ਦੀ ਫਰੇਨਾਂਤੇ ਪੇ ਕਹਿੰਦਾ ਵਾ ਬ੍ਰੇਕਿੰਗ ਸਿਸਟਮ ਉੱਤੇ ਅਸਰ ਕਰਦਾ ਵੇ એનર્ਜੀ ਚਿਨੇਟਿਕਾ, ਕਿਉਂਕਿ ਅਸੀਂ ਜਦੋਂ ਬ੍ਰੇਕ ਮਾਰਨੇ ਆ ਅਤੇ ਉਹ ਹੀਟ ਪੈਦਾ ਕਰਕੇ ਜਿਹੜੀ ਗੱਡੀ ਆਸਤਾ ਹੋ ਜਾਂਦੀ ਹੈ, એનર્ਜੀ ਚਿਨੇਟਿਕਾ ਵੀ ਘੱਟ ਹੋ ਜਾਂਦੀ ਹੈ, ਕਿਉਂਕਿ ਜਿੰਨੀ ਸਪੀਡ ਜ਼ਿਆਦਾ ਹੋਵੇਗੀ ਉਨੀ એનર્ਜੀ ਚਿਨੇਟਿਕਾ ਜ਼ਿਆਦਾ ਹੋਵੇਗੀ। ਜਿਉਂ ਹੀ ਅਸੀਂ ਬ੍ਰੇਕ ਮਾਰਨੇ ਆ ਅਤੇ એનર્ਜੀ ਚਿਨੇਟਿਕਾ ਘੱਟ ਹੋਣ ਲੱਗ ਪੈਂਦੀ ਹੈ। ਇਹ ਚੀਜ਼ ਹੈ। ਹੁਣ ਆਖਰੀ ਚੀਜ਼ ਅਸੀਂ ਯਾਦ ਰੱਖਣੀ ਕਿ ਬਾਰੀਚੈਂਤਰੋ ਕੀ ਹੈ। ਗੱਡੀ ਦਾ ਸੈਂਟਰ ਪੁਆਇੰਟ, ਹੁਣ ਗੱਡੀ ਦਾ ਅਗਰ ਖਾਲੀ ਹੈ ਤਾਂ ਉਹਦਾ ਇੱਕੋ ਜਗ੍ਹਾ 'ਤੇ ਸੈਂਟਰ ਪੁਆਇੰਟ ਰਵੇਗਾ ਇੱਥੇ, ਅਤੇ ਅਗਰ ਕੀ ਨਾ ਤਾਂ ਗੱਡੀ ਜਿਹੜੀ ਹੈ, ਗੱਡੀ ਅਗਰ ਖਾਲੀ ਹੈ ਅਤੇ ਫਿਰ ਇੱਥੇ ਸੈਂਟਰ ਪੁਆਇੰਟ ਰਵੇਗਾ, ਅਤੇ ਅਗਰ ਜਿਹੜੀ ਗੱਡੀ ਫੁੱਲ ਲੋਡ ਹੋਈ ਹੈ ਫਿਰ ਉਹਦਾ ਇੱਥੇ ਆ ਜਾਏਗਾ ਇਸ ਤਰ੍ਹਾਂ। ਅਗਰ ਉਹ ਪਾਣੀ ਵਾਲੀ ਹੈ ਗੱਡੀ, ਟੈਂਕਰ ਹੈ, ਅਤੇ ਉਹਦਾ ਉਹ ਚੇਂਜ ਹੁੰਦਾ ਰਵੇਗਾ, ਕਦੀ ਉਹ ਪਿੱਛੇ ਟੁਰ ਜਾਏਗਾ, ਕਦੀ ਉਹ ਅੱਗੇ ਆ ਜਾਏਗਾ, ਇਸ ਤਰ੍ਹਾਂ ਉਹਦਾ ਚੇਂਜ ਹੁੰਦਾ ਰਹਿੰਦਾ ਵੇ। ਪਾਣੀ ਅਗਾਂਹ ਪਿੱਛੇ ਜਾਂਦਾ ਵੇ, ਉਹਦੀ ਵਜ੍ਹਾ ਤੋਂ ਉਹਦਾ ਜਿਹੜਾ ਬਾਰੀਚੈਂਤਰ ਹੋਵੇ ਉਹ ਇੱਕ ਜਗ੍ਹਾ 'ਤੇ ਨਹੀਂ ਰਹਿੰਦਾ ਹੈ ਵੀ। ਕਦੀ ਉਹ ਰੂਲੀਓ ਦਾ ਹੋ ਜਾਂਦਾ ਵੇ, ਬਈ ਇਹ ਹੁਣ ਕੰਟੇਨਰ ਪਾਣੀ ਹੈ ਅਤੇ ਉਹ ਕਦੀ ਇੱਧਰ ਟੁਰ ਜਾਂਦਾ ਵੇ, ਕਦੀ ਇੱਧਰ ਟੁਰ ਜਾਂਦਾ, ਰੂਲੀਓ ਵਾਲਾ ਕੰਮ ਸ਼ੁਰੂ ਹੋ ਜਾਂਦਾ ਵੇ ਸਿਸਟਮ। ਅਸੀਂ ਹੁਣ ਪੜ੍ਹਨੇ ਬਾਰੀਚੈਂਤਰੋ ਕੀ है। बारीचैंत्रो का मतलब सेंटर पॉइंट है। इस पॉइंट पर तमाम फोर्सेस असरअंदाज होती हैं। तमाम फोर्सेस केड़ी असरअंदाज होती हैं, जी अच्छे पिछे पड़ी है, फोर्सा मोत्रिce, फोर्सा इनर्शिया, फोर्सा चिनेटिका, फोर्सा दी रेजिस्टेंस, एरोडायनामिका, सारिया फोर्सा बारीचैंत्रो उत्ते असर करदियां ने। बारीचैंत्रो की पोजीशन गाड़ी में लोड की पोजीशन के साथ तब्दील होती रहती है। भाई जिन्ना समान अगां जाएगा उन्ना बारीचैंत्रो भी किन्ना दा अगां टुर जाएगा। इस तरह वो फिर एक जगह नहीं रहिंदी है बारीचैंत्रो दी, अगर समान हिलदा रहे तो। एक खाली जिन्हों असी अनलोड करने, खाली गाड़ी का बारीचैंत्रो हमेशा एक जैसा रहता है, क्योंकि वो समान नहीं होंदा तो वो खाली डाला होंदा तो वह फिर एक ही जगह रहिंदा बारीचैंत्रो। जबकि लिक्विड वाले टैंकर का हमेशा तब्दील होता रहता है। ਤੁਸੀਂ ਇਹ ਯਾਦ ਰੱਖਣਾ ਹੈ ਕਿ ਲਿਕੁਇਡ ਵਾਲਾ ਜਿਹੜਾ ਹੁੰਦਾ ਹੈ ਜਾਂ ਪਾਣੀ ਵਾਲਾ ਜਿਹੜਾ ਹੋਵੇ ਉਹਦਾ ਬਾਰੀਚੈਂਤਰੋ ਚੇਂਜ ਹੁੰਦਾ ਰਹਿੰਦਾ, ਅਤੇ ਦੂਸਰੀਆਂ ਚੀਜ਼ਾਂ ਲੱਦੀਆਂ ਨੇ ਅਤੇ ਉਹ ਫਿਰ ਸਮਾਨ ਹਿੱਲੇਦਾ ਅਤੇ ਫਿਰ ਬਾਰੀਚੈਂਤਰੋ ਚੇਂਜ ਹੋਵੇਗਾ। ਅਤੇ ਜੇ ਅਗਰ ਗੱਡੀ ਖਾਲੀ ਹੈ ਤਾਂ ਫਿਰ ਬਾਰੀਚੈਂਤਰੋ ਨਹੀਂ ਚੇਂਜ ਹੋਣ ਲੱਗਾ, ਕਿਉਂਕਿ ਗੱਡੀ ਵਿੱਚ ਕੋਈ ਚੀਜ਼ ਹੀ ਨਹੀਂ ਹੈ ਜਿਹੜੀ ਅੱਗੇ ਪਿੱਛੇ ਜਾਣੀ। ਅਤੇ ਸਬਸਕ੍ਰਾਈਬ ਕਰ ਸਕਦੀ ਹੋ, ਲਾਈਕ ਕਰ ਦਿਓ। ਤੁਸੀਂ ਇਨਸ਼ਾਅੱਲਾ ਪਹਿਲੇ ਸਵਾਲ ਤੋਂ ਨਾ ਸ਼ੁਰੂ ਕਰਨੇ ਆ, ਥੋੜ੍ਹੀ ਦੇਰ पहला टॉपिक शुरू करने, पहला चैप्टर चीको चीज़ का। इंशाल्लाह नेक्स्ट वीडियो मिलने। अल्लाह हाफिज़।